वेलकम हो गया तुसन प्रोग्राम चो ते दूसरा जड़ा अज दा साडा इलेक्शन मुहिम है ਉਹਦੇ ਤੇ ਤਜਜ਼ੀਆ ਹੈ ਤੇ ਇਲੈਕਸ਼ਨ ਜਿਹੜੇ ਨਾ ਅਵਾਮੀ ਨੁਮਾਇੰਦਿਆਂ ਜਿਹੜੇ ਨਾ ਉਹ ਕਿਹੜੇ ਨੇ ਅਵਾਮੀ ਨੁਮਾਇੰਦੇ ਦਾ ਜਿਹੜਾ ਹੈ ਅਸਲ ਜਿਹੜਾ ਅਵਾਮੀ ਨੁਮਾਇੰਦਾ ਹੁੰਦਾ ਕੀ ਹੈ ਔਰ ਸਾਡੇ ਜਿਹੜੇ ਇਲੈਕਸ਼ਨ ਲੜਦੇ ਨੇ ਉਹਨਾਂ ਕਿਆ ਉਹ ਅਵਾਮੀ ਨੁਮਾਇੰਦੇ ਹੈ ਜਾਂ ਨਹੀਂ ਹੈ ਉਹਦੇ ਤੇ ਤੁਸੀਂ ਆਪਣੀ ਰਾਏ ਦਾ ਜਿਹੜਾ ਇਜ਼ਹਾਰ ਕਰੋ ਉਹਦੇ ਤੇ ਤਜਜ਼ੀਆ ਆਪਣਾ ਦਿਓ ਜੀ। ਇਸ ਤਰ੍ਹਾਂ ਹੀ ਅਵਾਮੀ ਨੁਮਾਇੰਦਾ ਜਿਹੜਾ ਕਿ ਇਹ ਅੱਜ ਕੱਲ੍ਹ ਇਲੈਕਸ਼ਨ ਦਾ ਦੌਰ ਹੈ ਤੇ ਕੱਲ੍ਹ ਵੀ ਇਸ ਟਾਪਿਕ 'ਤੇ ਗੱਲ ਹੋਈ ਸੀ ਤੇ ਮਜ਼ੀਦ ਉਸਨੂੰ ਕੰਟੀਨਿਊ ਕਰਦੇ ਹਾਂ ਕਿ ਕੱਲ੍ਹ ਵੀ ਇਸ ਟਾਪਿਕ 'ਤੇ ਗੱਲ ਹੋਈ ਸੀ ਤੇ ਅੱਜ ਇਸ ਨੂੰ ਮਜ਼ੀਦ ਕੰਟੀਨਿਊ ਕਰਦੇ ਹਾਂ। ਅਵਾਮੀ ਨੁਮਾਇੰਦਾ ਉਹ ਹੀ ਹੈ ਕਿ ਜਿਹੜਾ ਤੁਹਾਡੇ ਇਲਾਕੇ 'ਚ ਜਿਹੜੇ ਫਲਾਈ ਕੰਮ ਕਰਾਵੇ, ਨਾ ਕਿ ਜਿਹੜੇ ਤੁਹਾਡੇ ਪਰਸਨਲ ਕੰਮ ਨੇ ਉਹ ਕਰੇ। ਮੇਰਾ ਜ਼ਾਤੀ ਕੋਈ ਕੰਮ ਹੈ, ਮੇਰਾ ਅਵਾਮੀ ਨੁਮਾਇੰਦਾ ਕਰਦਾ ਤੇ ਉਹ ਇੱਕ ਮੇਰਾ ਜ਼ਾਤੀ ਕੰਮ ਹੈ, ਉਹਦਾ ਤੇ ਮੇਰਾ ਡਾਇਰੈਕਟ ਜਿਹੜਾ ਨਾ ਉਹ ਰਿਲੇਸ਼ਨ ਹੋ ਗਿਆ ਜੀ। ਅਵਾਮੀ ਕੰਮ ਉਹ ਨੇ ਕਿ ਜਿਹੜਾ ਕੋਈ ਸਾਰਿਆਂ ਦਾ 100 ਬੰਦੇ ਦਾ ਕੰਮ ਹੈ, 1000 ਦਾ ਕੰਮ ਹੈ, 10,000 ਬੰਦੇ ਦਾ ਕੰਮ ਹੈ, ਜਿਸ ਤਰ੍ਹਾਂ ਸਕੂਲ ਹੈ, ਕਾਲਜ ਹੈ, ਯੂਨੀਵਰਸਿਟੀ ਹੈ, ਹਸਪੀਟਲ ਹੈ। ਅਵਾਮੀ ਨੁਮਾਇੰਦੇ ਇਸ ਤਰ੍ਹਾਂ ਦਾ ਕੰਮ ਕਰਨ, ਨਾ ਕਿ ਪਰਸਨਲ ਕਿਸੇ ਦੀ ਨਾਲੀ ਪੱਕੀ ਕਰਾ ਦਿਓ, ਕਿਸੇ ਦਾ ਜਿਹੜਾ ਉਹ ਸੋਲੰਗ ਲਵਾ ਦਿਓ। ਸਹੀ ਹੈ। ਤੇ ਇਸ ਤਰ੍ਹਾਂ ਦੇ ਨੁਮਾਇੰਦੇ ਜਿਹੜੇ ਨੇ ਆਪਣੇ ਜਿਹਾ ਨੁਮਾਇੰਦਾ ਜਿਹੜਾ ਹੋਣਾ ਚਾਹੀਦਾ, ਨਾ ਕਿ ਜਿਹੜਾ ਨੁਮਾਇੰਦਾ ਇਸ ਤਰ੍ਹਾਂ ਦਾ ਹੋਣ ਕਿ ਜੇ ਉਹ ਇਲੈਕਸ਼ਨ ਦੇ ਉਸਨੇ ਜਿੱਤ ਲਿਆ ਉਹਦੀ ਬਾਅਦ ਤੁਹਾਨੂੰ 5 ਸਾਲ ਤੁਹਾਨੂੰ ਲੱਭੇ ਹੀ ਨਹੀਂ, ਆਪਣੇ ਹਲਕੇ 'ਚ ਆਵੇ ਹੀ ਨਹੀਂ, ਉਸ ਨੁਮਾਇੰਦੇ ਨੇ ਕੀ ਕਰਨਾ ਸੀ। ਜੀ ਬਿਲਕੁਲ। ਤੇ ਅਵਾਮੀ ਨੁਮਾਇੰਦੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਜਿਹੜੇ ਆਵਾਮ ਹੋਵੇ, ਨਾ ਕਿ ਮਾਫੀਆ ਨਾਲ ਜਿਹੜਾ ਉਹਨਾਂ ਦੇ ਤਾਲੁਕ ਹੋਣ, ਮਾਫੀਆ ਨੂੰ ਸਪੋਰਟ ਕਰਨ, ਆਵਾਮ ਨੂੰ ਸਪੋਰਟ ਹੀ ਨਾ ਕਰਨ। ਤੇ ਸਭ ਤੋਂ ਅੱਛੀ ਚੀਜ਼ ਤੇ ਫਿਰ ਖਾਲੀ ਇਹ ਨਹੀਂ ਹੈ ਕਿ ਉਹ ਠੀਕ ਹੈ ਸਾਡੇ ਵਾਸਤੇ ਤੇ ਜ਼ਾਤੀ ਤੌਰ 'ਤੇ ਬਿਹਤਰ ਹੋ ਗਿਆ, ਇੱਕ ਆਪਣੇ ਇਲਾਕੇ ਵਾਸਤੇ ਤੇ ਠੀਕ ਹੈ। ਫਿਰ ਉਸ ਨੁਮਾਇੰਦੇ ਨੂੰ ਵੇਖੋ ਕਿ ਉਹ ਮੁਲਕ ਵਾਸਤੇ ਵੀ ਕਿਤਨਾ ਇੰਪੋਰਟੈਂਟ ਹੈ, ਕਿਉਂਕਿ ਸਾਡਾ ਵੋਟ ਇਹ ਨਹੀਂ ਹੈ ਕਿ ਠੀਕ ਹੈ ਜੀ ਅਸੀਂ ਇਲਾਕੇ ਵਿੱਚ ਹਾਂ, ਅਵਾਮੀ ਨੁਮਾਇੰਦਾ ਸਾਡੇ ਕੰਮ ਤੇ ਕਰ ਰਿਹਾ, ਲੇਕਿਨ ਮੁਲਕ ਵਾਸਤੇ ਉਹਦਾ ਅਸਰ ਰਸੂਖ ਕੀ ਹੈ। ਸਹੀ ਹੈ। ਕੱਲ੍ਹ ਨੂੰ ਅਗਰ ਅਸੀਂ ਵੋਟ ਦੇ ਕੇ ਇੱਕ ਨੁਮਾਇੰਦਾ ਆਪਣਾ ਜਿਹੜਾ ਉਹ ਉਹਨੂੰ ਅੱਗੇ ਭੇਜਦੇ ਹਾਂ, ਕੱਲ੍ਹ ਉਹ ਬੰਦਾ ਜਿਹੜਾ ਉਹ ਸਾਡੇ ਵੋਟ ਦੀ ਜਿਹੜੀ ਹੈ ਉਹ ਹਿਫਾਜ਼ਤ ਵੀ ਕਰੇ, ਨਾ ਕਿ ਉਹ ਪੈਸਿਆਂ 'ਤੇ ਵਿਕ ਕੇ ਤੇ ਜਿਹੜਾ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲਵੇ, ਜਾਂ ਸਾਡੇ ਵੋਟ ਦੀ ਇੱਜ਼ਤ ਨਾ ਕਰੇ, ਕਿ ਨਾ ਸਾਡੇ ਕੰਮ ਕਰੇ ਨਾ ਮੁਲਕ ਦਾ ਫਾਇਦਾ ਕਰੇ। ਸਹੀ ਹੈ। ਤੇ ਅਵਾਮੀ ਨੁਮਾਇੰਦੇ ਮੁਖਲਸ ਹੋ ਕੇ ਜਦੋਂ ਕੰਮ ਕਰਨ ਦੇ ਮੁਲਕ ਦੀ ਤਰੱਕੀ ਹੋਏ ਦੀ, ਤੇ ਸਾਰੇ ਜਿਹੜੇ ਨੇ ਉਹ ਇਲਾਕੇ ਦੀ ਵੀ ਤਰੱਕੀ ਹੋਵੇ ਦੀ। ਤੇ ਇਹ ਹੀ ਹੈ ਕਿ ਨੁਮਾਇੰਦੇ ਜਿਹੜੇ ਵੀ ਆਉਣ ਤੁਹਾਡੇ ਇਲਾਕੇ, ਇਹ ਉਹ ਦੌਰ ਖਤਮ ਹੋ ਗਿਆ ਕਿ ਜੇ ਤੁਸੀਂ ਸਵਾਲ ਨਹੀਂ ਕਰ ਸਕਦੇ, ਸਵਾਲ ਸਾਡਾ ਕਰਨਾ ਹੱਕ ਬਣਦਾ। ਸਹੀ ਹੈ। ਬਿਲਕੁਲ। ਸਵਾਲ ਜਦੋਂ ਤੱਕ ਨਹੀਂ ਕਰਾਂਗੇ ਉਦੋਂ ਤੱਕ ਅਵਾਮੀ ਨੁਮਾਇੰਦਿਆਂ ਨੇ ਇਹੀ ਹੋਦਾ ਕਿ ਠੀਕ ਹੈ ਜੀ ਇਹ ਬਸ ਆਪਣੇ ਜ਼ਾਤੀ ਜਿਹੜਾ ਨਾ ਉਹ ਤਲਕ ਵਾਸਤੇ ਜਿਹੜਾ ਉਹ ਕਰ ਰਹੇ ਨੇ, ਵੋਟ ਦੇ ਰਹੇ ਨੇ। ਨਹੀਂ, ਅਵਾਮੀ ਨੁਮਾਇੰਦਾ ਉਹ ਹੀ ਹੈ ਕਿ ਜਿਹੜਾ ਤੁਹਾਡੇ ਕੋਲ ਆਵੇ, ਤੁਹਾਡੇ ਮਸਲੇ ਮਸਾਇਲ ਪੁੱਛੇ। ਸਹੀ ਹੈ। ਫਿਰ ਤੁਹਾਨੂੰ ਯਕੀਨ ਦਹਾਨੀ ਕਰਾਵੇ ਕਿ ਹਾਂ ਬਈ ਅਸੀਂ ਇਹਨਾਂ ਦਾ ਹੱਲ ਕਰਾਂਗੇ, ਫਿਰ ਹੱਲ ਕਰਾ ਕੇ ਫਿਰ ਅੱਗੇ ਕਿ ਤੁਹਾਡੀਆਂ ਵੋਟਾਂ ਦੀ ਹਿਫਾਜ਼ਤ ਕਰਾਂਗੇ ਔਰ ਉਸ ਨੂੰ ਹੀ ਅੱਗੇ ਉਜਾਗਰ ਕਰਾਂਗੇ। ਅਸੈਂਬਲੀ 'ਚ ਟੁਰ ਜਾਂਦੇ ਨੇ ਜਾਂ ਕੌਮੀ ਅਸੈਂਬਲੀ 'ਚ ਟੁਰ ਜਾਂਦੇ ਨੇ ਜਾਂ ਆਪਣਾ ਸੂਬਾਈ ਅਸੈਂਬਲੀ 'ਚ ਜਾਂਦੇ ਨੇ, ਅਤੇ ਉਹ ਰਿਪ੍ਰਜੈਂਟ ਕਰਨ ਇਲਾਕੇ ਆਪਣੇ ਕਿ ਹਾਂਜੀ ਆਹ ਸਾਡੇ ਇਲਾਕੇ ਦੇ ਮਸਾਇਲ ਨੇ ਅਤੇ ਇਹਨਾਂ 'ਤੇ ਜਿਹੜਾ ਨਾ ਉਹ ਉਹਨਾਂ ਨੂੰ ਜ਼ਿਕਰ ਕੀਤਾ ਜਾਏ। ਜਿਤਨੀ ਗੱਲਬਾਤ ਹੋਵੇ ਦੀ ਅੱਜ ਕੱਲ੍ਹ ਜਿਹੜਾ ਸਾਡੇ ਮੁਲਕ ਦੀ ਨੌਜਵਾਨ ਨੇ ਜਿਹੜੇ ਬਹੁਤ ਜ਼ਿਆਦਾ ਐਕਟਿਵ ਨੇ, ਅਤੇ ਸਾਨੂੰ ਇਸ ਕੰਮ 'ਚ ਖੁਸ਼ੀ ਹੋਣੀ ਚਾਹੀਦੀ ਹੈ ਕਿ ਨੌਜਵਾਨ ਨਸਲ ਜਿਹੜੀ ਹੈ ਉਹ ਉਹਨਾਂ ਨੂੰ ਪਤਾ ਆਪਣਾ ਹੱਕ ਕਿਵੇਂ ਲੈਣਾ ਅਤੇ ਉਸ ਨੂੰ ਇਸਤੇਮਾਲ ਕਿਸ ਤਰ੍ਹਾਂ ਕਰਨਾ ਆਪਣੇ ਹੱਕ ਨੂੰ। ਸਹੀ ਹੈ। ਸੋਸ਼ਲ ਮੀਡੀਆ ਦੌਰ ਹੈ, ਹਰ ਬੰਦਾ ਜਿਹੜਾ ਨਾ ਉਹ ਸੋਸ਼ਲ ਮੀਡੀਆ ਯੂਜ਼ ਕਰਦਾ, ਅਤੇ ਇਸ ਦੌਰ 'ਚ ਵੀ ਅਗਰ ਕਿਸੇ ਗਲਤ ਨੁਮਾਇੰਦੇ ਨੇ, ਕਿਸੇ ਬੰਦੇ ਜਾਂ ਅਸੀਂ ਨੌਜਵਾਨਾਂ ਨੇ ਆਪਣੇ ਵਾਸਤੇ ਲੀਡਰ ਉਹਨੂੰ ਮੰਨਣਾ, ਸਾਡਾ ਲੀਡਰ ਤਾਂ ਉਹੀ ਹੋਣਾ
ਜਿਹੜਾ ਸਾਨੂੰ ਰਿਪਰੈਜ਼ੈਂਟ ਕਰਦਾ ਅੱਗੇ ਜਾ ਕੇ। ਸਹੀ ਹੈ। ਫਿਰ ਲੋਕਲ ਜੀ ਬੇਸ 'ਤੇ, ਫਿਰ ਡਿਸਟ੍ਰਿਕਟ ਬੇਸ 'ਤੇ ਹੋ ਗਿਆ, ਫਿਰ ਅੱਗੇ ਜੀ ਡਿਵੀਜ਼ਨ ਬੇਸ 'ਤੇ ਹੋ ਗਿਆ, ਫਿਰ ਤੁਹਾਡਾ ਕੰਟਰੀ ਬੇਸ 'ਤੇ ਹੋ ਗਿਆ। ਅਤੇ ਆਪਣੇ ਨੁਮਾਇੰਦੇ ਉਸ ਤਰ੍ਹਾਂ ਲਾਓ ਜਿੰਨਾ ਤੁਸੀਂ ਫਖਰ ਮਹਿਸੂਸ ਕਰੋ ਉਹਨਾਂ ਨੂੰ ਅੱਗੇ ਲਿਆ ਕੇ। ਸਹੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਤੁਸੀਂ ਆਪਣਾ ਨੁਮਾਇੰਦਾ ਲਿਆਂਦਾ ਅਤੇ ਉਸ ਦਾ ਤੁਹਾਨੂੰ ਵੀ ਫਾਇਦਾ, ਤੁਹਾਡੇ ਮੁਲਕ ਨੂੰ ਵੀ ਫਾਇਦਾ। ਜੀ ਸੁਣਾ ਲਓ ਬਈ। ਜੀ ਜੀ ਬਿਲਕੁਲ, ਤੁਹਾਡਾ ਇੱਕ ਪੁਆਇੰਟ ਜਿਹੜਾ ਬਹੁਤ ਹੀ ਅਹਿਮ ਹੈ, ਜਿਹੜਾ ਤੁਸੀਂ ਆਖਿਆ ਕਿ ਕੋਈ ਵੀ ਇਲੈਕਸ਼ਨ ਲੜਦਾ ਜਾਂ MN MP ਕਿਸੇ ਦਾ ਜ਼ਾਤੀ ਤੌਰ ਤੇ ਅਗਰ ਕੋਈ ਉਹ ਕੰਮ ਕਰ ਰਿਹਾ ਹੈ, ਕੋਈ ਸਿਫਾਰਿਸ਼ ਕਰ ਰਿਹਾ ਜਾਂ ਤਾਂ ਉਹ ਤਾਂ ਉਹਦਾ ਜ਼ਾਤੀ ਤਾਲੁਕ ਹੋ ਗਿਆ, ਲੇਕਿਨ ਉਹ ਅਵਾਮੀ ਜਿਹੜੀ ਖਿਦਮਤ ਹੈ ਜਾਂ ਅਵਾਮੀ ਉਹ ਆਖਦਾ ਕਿ ਮੈਂ ਅਵਾਮ ਦਾ ਨੌਕਰ ਹਾਂ, ਮੈਂ ਇਹ ਕਰਾਂ ਉਹ ਕਰਾਂ, ਉਹ ਅਵਾਮੀ ਖਿਦਮਤ ਨਹੀਂ ਬਣਦੀ, ਉਹ ਜ਼ਾਤੀ ਇੱਕ ਤਲਕਾਤ ਬਣਦਾ ਹੈ। ਅਗਰ ਤੁਸੀਂ ਦੋਸਤੀ ਆਖੋ ਜਾਂ ਰਿਸ਼ਤੇਦਾਰੀ ਆਖੋ ਜਾਂ ਕਿਸੇ ਚੀਜ਼ ਦਾ ਵੀ ਨਾਂ ਦੇ ਕੇ ਉਹ ਤੁਸੀਂ ਜ਼ਾਤੀ ਉਸ ਨੂੰ ਆਖ ਸਕਦੇ ਹੋ ਕਿ ਉਹ ਅਵਾਮੀ ਤੌਰ ਤੇ ਉਹ ਕੰਮ ਨਹੀਂ ਹੋ ਰਿਹਾ ਹੁੰਦਾ। ਅਵਾਮੀ ਕੰਮ ਉਹ ਹੈ ਕਿ ਉਹ ਅਦਾਰਿਆਂ ਨੂੰ ਬਿਹਤਰ ਕਰਨ। ਹੁਣ ਕਿਸੇ ਬੰਦੇ ਦੀ ਕੋਈ ਜ਼ਰੂਰਤ ਹੈ, ਉਹ ਅਦਾਰੇ ਜਿਹੜੇ ਨੇ ਖੁਦ ਇਨਸਾਫ ਫਰਾਹਮ ਕਰਨ, ਉਹਦੇ ਕੋਈ ਵੀ ਮਸਾਇਲ ਹੈ ਤਾਂ ਉਹ ਅਦਾਰੇ ਹੱਲ ਕਰਨ, ਬਜਾਏ ਕਿ ਉਸ ਨੂੰ ਕਿਸੇ MNA MPA ਜਾਂ ਇਸ ਤਰ੍ਹਾਂ ਜਿਹੜੇ ਕੋਈ ਮੁੰਤਖਬ ਨੁਮਾਇੰਦਾ ਉਹਦੇ ਕੋਲ ਜਾ ਕੇ ਉਹਦੀਆਂ ਮਿੰਨਤਾਂ ਤਰਲੇ ਕਰਨਾ ਪੈਣ। ਤੇ ਬਹੁਤ ਵੱਡਾ ਅੱਛਾ ਇੱਕ ਪੁਆਇੰਟ ਵੀ ਹੋਵੇ ਤੇ ਔਰ ਇਹ ਹੈ ਵੀ ਇਸੇ ਤਰ੍ਹਾਂ। ਲੇਕਿਨ ਸਾਡਾ ਜਿਹੜਾ ਨਿਜ਼ਾਮ ਹੈ ਪਾਕਿਸਤਾਨ, ਖਾਸ ਕਰ ਜਿਹੜਾ ਸਾਡੇ ਇਲਾਕਿਆਂ 'ਚ ਜਾਂ ਪਾਕਿਸਤਾਨ 'ਚ ਇੱਕ ਰਿਵਾਜ ਹੈ, ਉਹ ਤਾਂ ਬਿਲਕੁਲ ਉਲਟ ਚੱਲ ਰਿਹਾ ਕਿ ਇਸ ਤਰ੍ਹਾਂ ਹੈ ਹੀ ਨਹੀਂ ਕਿ ਅਦਾਰਾ ਕੋਈ ਬਣੇ ਹੋਏ ਅਦਾਰੇ ਤਾਂ ਅਦਾਰਾ ਜਿਹੜਾ ਹੈ ਉਹ ਮਸਾਇਲ ਹੱਲ ਕਰੇ ਜਾਂ ਜਿਹੜਾ ਇਨਸਾਫ ਫਰਾਹਮ ਕਰੇ, ਜਾਂ ਕਿਸੇ ਦੇ ਕਿਸੇ ਕਿਸਮ ਦਾ ਕੋਈ ਮਸਲਾ ਹੋਵੇ, ਗੈਸ ਹੈ, ਬਿਜਲੀ ਦਾ, ਤਾਂ ਉਹ ਅਦਾਰੇ ਹੱਲ ਕਰਨ। ਤੇ ਉਹ ਅਦਾਰੇ ਹੱਲ ਨਹੀਂ ਕਰਦੇ ਜਦ ਤੱਕ ਤੁਸੀਂ ਕਿਸੇ MNA MPA ਦੀ ਕਾਲ ਨਹੀਂ ਕਰਾਉਣੀ, ਸਿਫਾਰਿਸ਼ ਨਹੀਂ ਕਰਾਉਣੀ, ਜਾਂ ਤੁਸੀਂ ਉਹਦੇ ਜ਼ਰੀਏ ਰਿਸ਼ਵਤ ਨਹੀਂ ਦਿਵਾਉਣੀ, ਤੇ ਉਸ ਤੋੜੀ ਤੁਹਾਡਾ ਮਸਲਾ ਜਿਹੜਾ ਅਦਾਰਾ ਕੋਈ ਆਫਿਸਰ ਹੈ ਉਹ ਹੱਲ ਹੀ ਨਹੀਂ ਕਰਦਾ। ਤੇ ਇੱਕ ਬਹੁਤ ਇੱਕ ਸਵਾਲੀਆ ਨਿਸ਼ਾਨ ਹੈ ਔਰ ਬਹੁਤ ਜ਼ਿਆਦਾ ਇੱਕ ਅਲਮੀਆ ਹੈ ਪਾਕਿਸਤਾਨ ਵਿੱਚ ਕਿ ਹਰ ਕੰਮ ਜਿਹੜਾ ਹੈ ਉਹ ਪਹਿਲੇ ਤੋਂ ਸਿਆਸੀ ਜਿਹੜਾ ਵੀ ਹੈ ਉਹਦੀਆਂ ਤੁਸੀਂ ਮਿੰਨਤਾਂ ਤਰਲੇ, ਉਹਦੀ ਚਮਚਾਗਿਰੀ ਤੁਸੀਂ ਕਰਨੀ ਹੈ, ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਕੁਸ਼ਾਮਦ ਤੁਸੀਂ ਕਰਨੀ ਹੈ, ਤਾਂ ਮਾਣੂ ਤੁਹਾਡਾ ਮੁਸ਼ਕਲ ਨਾਲ ਬਗੈਰ ਰਿਸ਼ਵਤ ਹੋਵੇ ਫਿਰ ਵੀ ਕੰਮ ਨਹੀਂ ਹੋਣਾ। ਉਸ ਵੀ ਆਖਣਾ ਕਿ ਕੁਝ ਉਹਨਾਂ ਚਾਹ ਪਾਣੀ ਦਿਓ, ਰਿਸ਼ਵਤ ਦਾ ਨਾਂ ਹੀ ਜਿਹੜਾ ਉਹ ਨਹੀਂ ਰੱਖੇ ਕਿ ਕੁਝ ਜਿਹੜਾ ਉਹ ਚਾਹ ਪਾਣੀ ਦਿਓ ਤੇ ਤੁਹਾਡਾ ਕੰਮ ਜਿਹੜਾ ਹੋ ਜਾਸੀ। ਤੇ ਮੇਰਾ ਇਸ ਗੱਲ ਨੂੰ ਅੱਗੇ ਅਸੀਂ ਵਧਾਉਂਦੇ ਹਾਂ। ਤੇ ਦੂਸਰਾ, ਬਲੋਚਿਸਤਾਨ ਦੀ ਜਿਹੜੀ ਆਵਾਮ ਹੈ ਉਹਨਾਂ ਨਾਲ ਅਸਾਂ ਹਜ਼ਾਰੇ ਯਕਜਹਿਤੀ ਵਾਸਤੇ ਕੱਲ੍ਹ ਹੀ ਪ੍ਰੋਗਰਾਮ ਕੀਤਾ, ਅਸਾਂ ਉਹਨਾਂ ਨਾਲ ਦੁਬਾਰਾ ਵੀ ਹਜ਼ਾਰੇ ਯਕਜਹਿਤੀ ਕਰਦੇ ਹਾਂ ਔਰ ਆਵਾਮ ਨੂੰ ਅੱਗੇ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਦੇ ਵਾਸਤੇ ਜਿਤਨਾ ਤਾਮਨ ਹੋ ਸਕਦਾ ਹੈ ਤੁਸੀਂ ਖਾਣਾ ਪਹੁੰਚਾ ਸਕਦੇ ਹੋ, ਤੁਸੀਂ ਜਿਸ ਕਿਸਮ ਦੀ ਉਹਨਾਂ ਦੀ ਮਦਦ ਕਰ ਸਕਦੇ ਹੋ, ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਔਰ ਉਹਨਾਂ ਦਾ ਹੌਸਲਾ ਵਧਾਓ ਔਰ ਉਹਨਾਂ ਦੇ ਜਿਹੜੀ ਨਾਲ ਹਮਦਰਦੀਆਂ ਵੰਡਣੀਆਂ ਚਾਹੀਦੀਆਂ, ਅਤੇ ਹਮਦਰਦੀ ਦਾ ਜਿਹੜਾ ਉਹ ਇੱਕ ਅਹਿਸਾਸ ਕਰਨਾ ਚਾਹੀਦਾ। ਦੂਸਰਾ ਇਸ ਗੱਲ ਨੂੰ ਅੱਗੇ ਵਧਾਉਂਦੇ ਹਾਂ ਕਿ ਸਾਡੀ ਇਲੈਕਸ਼ਨ ਮੁਹਿੰਮ ਜਿਹੜੀ ਹੈ, ਜੀ ਤੁਸੀਂ ਕੁਝ ਕਹਿਣ ਲੱਗਿਆ। ਜੀ ਸੁਣਾਉ ਬਈ, ਮੈਂ ਤੁਹਾਡੀ ਗੱਲ ਨੂੰ ਅੱਗੇ ਇਸ ਨੂੰ ਕੰਟੀਨਿਊ ਕਰਨ ਦਾ ਕਿ ਜਿਸ ਤਰ੍ਹਾਂ ਬਲੋਚਿਸਤਾਨ ਦੀ ਸਾਡੀਆਂ ਭੈਣਾਂ, ਮਾਵਾਂ, ਬੱਚੇ, ਬਜ਼ੁਰਗ ਆਏ ਨੇ, ਇਹ ਖਾਲੀ ਉਹ ਬਲੋਚਿਸਤਾਨ ਦੀਆਂ ਮਾਵਾਂ ਭੈਣਾਂ ਜਾਂ ਬੱਚੇ ਨਹੀਂ, ਉਹ ਸਾਡੇ ਮੁਲਕ ਦੇ ਮਾਵਾਂ ਭੈਣਾਂ ਬੱਚੇ ਨੇ। ਸਹੀ ਹੈ, ਉਹਨਾਂ ਦਾ ਖਿਆਲ ਅਸੀਂ ਕਰਨਾ ਠੀਕ ਹੈ। ਜਿਤਨੇ ਵੀ ਲੋਕਲ ਆਵਾਮ ਹੈ, ਇਸਲਾਮਾਬਾਦ ਦੀ ਹੈ, ਰਾਵਲਪਿੰਡੀ ਦੀ ਹੈ, ਜਿਤਨੇ ਵੀ ਉਹਨਾਂ ਦੇ ਕਰੀਬੀ ਨੇ, ਦਿਲ ਖੋਲ ਕੇ ਉਹ ਮੁਸਾਫਰ ਨੇ, 2 ਦਿਨ ਨੇ, 4 ਦਿਨ ਨੇ, ਅੱਲਾ ਕਰਨਾ ਉਹਨਾਂ ਦਾ ਮਸਲਾ ਹੱਲ ਹੋ ਹੀ ਜਾਣਾ ਇੱਕ ਦਿਨ, ਅਤੇ ਉਹਨਾਂ ਦੀ ਸਪੋਰਟ ਕੀਤੀ ਜਾਏ। ਅਤੇ ਜਿਤਨੇ ਭਰਾ ਜੁਆਇਨ ਕਰ ਰਹੇ ਨੇ ਸਾਰਿਆਂ ਨੂੰ ਸਲਾਮ ਹੋਵੇ। ਅਤੇ ਦੂਸਰੀ ਗੱਲ ਇਹ ਕਿ ਉਹਨਾਂ ਦੇ ਜਾਇਜ਼ ਮੁਤਾਲਬਾਤ ਜਿਹੜੇ ਨੇ, ਉਹ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਜਿਤਨੀ ਜਲਦੀ ਹੋ ਸਕਦਾ ਉਹਨਾਂ ਦੇ ਜਾਇਜ਼ ਮੁਤਾਲਬਾਤ ਪੂਰੇ ਕਰਕੇ ਅਤੇ ਉਹਨਾਂ ਦੇ ਮਸਲੇ ਹੱਲ ਕਰਕੇ ਉਹਨਾਂ ਨੂੰ ਆਪਣੇ ਆਪਣੇ ਘਰਾਂ ਨੂੰ ਵਾਪਸ ਭੇਜਾਇਆ ਜਾਏ, ਨਾ ਕਿ ਉਹਨਾਂ ਇਸ ਸਰਦੀ ਦੇ ਮੌਸਮ 'ਚ ਠੰਡ ਦੇ ਵਿੱਚ ਜਿਹੜਾ ਨਾ ਹੋਰ ਦਲੀਲ ਕੀਤਾ ਜਾਏ। ਠੀਕ ਹੈ, ਉਹ ਅੱਗੇ ਹੀ ਆਪਣੇ ਪਿਆਰਿਆਂ ਵਾਸਤੇ ਆਏ ਨੇ, ਅਤੇ ਇਹ ਮਸਲੇ ਦਾ ਹੱਲ ਜਿਤਨਾ ਜਲਦੀ ਹੋਏ ਉਹ ਢੂੰਢਿਆ ਜਾਏ। ਇਸ ਨਾਲ ਜਿਹੜਾ ਨਾ
ਮਸਲਨ ਮਜ਼ੀਦ ਤੂਲ ਦਿੱਤੀ ਗਈ ਤੇ ਇਹ ਜ਼ਿਆਦਾ ਮਸਲਾ ਖਰਾਬ ਹੁੰਦਾ ਜਾਣਾ। ਸਹੀ ਹੈ। ਤੇ ਬਿਹਤਰ ਇਸ ਤਰ੍ਹਾਂ ਹੀ ਹੈ ਕਿ ਅਸੀਂ ਆਪਣੇ ਅਦਾਰਿਆਂ ਅੱਗੇ ਇਹ ਰਿਕੁਐਸਟ ਕਰਦੇ ਹਾਂ ਕਿ ਇਸ ਮਸਲਨ ਸਿਆਸੀ ਨਾ ਬਣਾਇਆ ਜਾਏ। ਇੱਕ ਮਸਲਾ ਹਕੀਕੀ ਮਸਲਾ ਠੀਕ ਹੈ, ਇਸ ਨੂੰ ਇਹ ਕੋਈ ਨਾ ਸਮਝੇ ਕਿ ਜੀ ਉਹ ਸਿਆਸਤ ਕਰ ਰਹੇ ਨੇ। ਜਿਸ ਦਾ ਭਾਈ ਜਾਂ ਵਾਲਦੈਨ ਜਾਂ ਸ਼ੋਹਰ ਜਿਹੜੇ ਲਾਪਤਾ ਨੇ ਜਾਂ ਮਾਰੇ ਗਏ ਨੇ, ਜਿਸ ਹਾਲਤ 'ਚ ਵੀ ਨੇ, ਉਹਨਾਂ ਉਸ ਦਾ ਹੱਲ ਕੱਢ ਕੇ ਦਿੱਤਾ ਜਾਏ ਤੇ ਉਹਨਾਂ ਨਾਲ ਤਾਮਨ ਕੀਤਾ ਜਾਏ। ਤੇ ਸਾਡੀ ਰਿਕੁਐਸਟ ਪੁਲਿਸ ਨਾਲ ਅੱਗੇ ਵੀ ਇਹੀ ਹੈ ਕਿ ਪੁਲਿਸ ਅਗਰ ਉਹ ਅਗਰ ਕੋਈ ਵੀ ਗੁਸਤਾਖੀ ਜਾਂ ਤਲਖ ਕਲਾਮੀ ਕਰਦੇ ਨੇ ਤਾਂ ਇਸ ਵਕਤ ਤੋਂ ਠੀਕ ਰਾਈਟ 'ਤੇ ਨੇ, ਕਿਉਂਕਿ ਉਹਨਾਂ ਨੇ ਆਪਣੇ ਪਿਆਰੇ ਗਵਾਏ ਨੇ। ਸਹੀ ਹੈ। ਤੇ ਇਸ ਤਰ੍ਹਾਂ ਕਿ ਆਪਣਾ ਉਹ ਨਾ ਬਿਹਤਰ ਹੈ ਕਿ ਜਿਤਨੇ ਵੀ ਅਦਾਰੇ ਨੇ ਸਾਡੇ, ਉਹਨਾਂ ਨੂੰ ਕੋਆਪਰੇਟ ਕਰਨ, ਪਿਆਰ ਮੁਹੱਬਤ ਨਾਲ ਕੋਆਪਰੇਟ ਕਰਕੇ ਉਹਨਾਂ ਮਸਲੇ ਹੱਲ ਕਰਕੇ ਸੁਣ ਕੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਆਪਣੇ ਹਕੂਕ ਦਿਲਵਾ ਕੇ ਉਹਨਾਂ ਨੂੰ ਵਾਪਸ ਭੇਜਣ। ਜੀ ਸੁਣਾ ਲਓ ਭਾਈ। ਜੀ ਬਿਲਕੁਲ, ਅੱਗੇ ਇਸ ਗੱਲ ਨੂੰ ਅੱਗੇ बढ़ाते हैं। ਅਸਾਂ ਜਿਸ ਤਰ੍ਹਾਂ ਹੁਣ ਇਲੈਕਸ਼ਨ ਮੁਹਿੰਮ ਚੱਲ ਰਹੀ ਹੈ, ਇਲੈਕਸ਼ਨ 2024 8 ਫਰਵਰੀ ਇਲੈਕਸ਼ਨ ਸ਼ਡਿਊਲ ਅਨਾਉਂਸ ਹੋਏ। ਇਹਦੇ ਵਿੱਚ ਵੇਖਿਆ ਜਾਣਾ ਕਿ ਇਲੈਕਸ਼ਨ ਜਿਹੜੇ ਨਾ ਸਭ ਤੋਂ ਜਿਹੜੇ ਪਾਰਟੀ 'ਚ ਮੇਨ ਲੀਡਰ ਕੌਣ ਹੈ, ਯਾਨੀ ਪਾਕਿਸਤਾਨ ਵਾਸਤੇ ਇਸ ਵਕਤ ਜਿਹੜਾ ਇੱਕ ਕਬਲੀਅਤ ਰੱਖਣ ਵਾਲਾ, ਸਲੀਅਤ ਰੱਖਣ ਵਾਲਾ, ਫੈਸਲੇ ਕਰਨ ਵਾਲਾ ਇੱਕ ਅਵਾਮੀ ਲੀਡਰ ਜਿਹੜਾ ਹੈ, ਸਭ ਤੋਂ ਬਿਹਤਰੀਨ ਜਿਹੜਾ ਲੀਡਰ ਹੈ, ਉਹ ਤੁਹਾਨੂੰ ਕਿਹੜਾ ਲੱਗਦਾ ਹੈ ਕਿ ਕਿਸ ਲੀਡਰ ਦੀ ਪਾਰਟੀ ਨੂੰ ਜਿਹੜਾ ਹੈ, ਜਾਂ ਕਿਹੜੀ ਪਾਰਟੀ ਜਿਹੜੀ ਉਹ ਪਾਕਿਸਤਾਨ ਵਾਸਤੇ ਬਿਹਤਰ ਹੋ ਸੀ, ਜਾਂ ਸਾਰੇ ਪਾਕਿਸਤਾਨ ਵਿੱਚ ਜਾਂ ਉਹਦਾ ਕਿਸੇ ਸੂਬੇ ਵਿੱਚ ਕਰਦਾਰ ਹੈ, ਜਾਂ ਕਿਸ ਨੂੰ ਵੋਟ ਜਿਹੜਾ ਉਹ ਦੇਣਾ ਚਾਹੀਦਾ? ਜੀ ਇਸ ਤਰ੍ਹਾਂ ਹੀ ਹੈ ਸਨਾਉਲਾ ਭਾਈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਲੀਡਰਸ਼ਿਪ ਜਿਹੜੀ ਹੈ ਨਾ, ਜਿਤਨੀ ਅੱਛੀ ਲੀਡਰਸ਼ਿਪ ਹੋਵੇਗੀ ਉਤਨੀ ਜਿਹੜਾ ਉਹ ਪਾਕਿਸਤਾਨ ਨੂੰ ਫਾਇਦਾ। ਦੂਸਰੀ ਗੱਲ ਹੈ ਕਿ ਅੱਜ ਕੱਲ੍ਹ ਜਿਹੜਾ ਨਾ ਜ਼ੁਲਮ ਦਾ ਦੌਰ ਚੱਲ ਰਿਹਾ, ਸੱਚਾਈ ਮੰਨ ਕੋਈ ਨਹੀਂ ਰਿਹਾ। ਠੀਕ ਹੈ। ਤੇ ਇਲੈਕਸ਼ਨ ਪਹਿਲੀ ਗੱਲ ਤੇ ਹੋ ਜਾਣ ਤੇ ਬੜੀ ਅੱਛੀ ਗੱਲ ਹੈ। ਹਾਲੇ ਤੱਕ ਜਿਹੜਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਇਲੈਕਸ਼ਨ ਹੁੰਦੇ ਵੀ ਜਾਂ ਨਹੀਂ ਵੀ ਹੁੰਦੇ, ਲੇਕਿਨ ਅੱਛੀ ਗੱਲ ਹੈ ਇਲੈਕਸ਼ਨ ਹੋਣ, ਅਵਾਮੀ ਰਾਏ ਹੋਵੇ, ਉਸ ਦੇ ਵਿੱਚ ਆਵਾਮ ਆਪਣੀ ਰਾਏ ਦੇਵੇ, ਦਿਲ ਖੋਲ੍ਹ ਕੇ ਦੇਵੇ ਤੇ ਇਹ ਵੇਖ ਕੇ ਦੇਵੇ ਕਿ ਕਿਹੜਾ ਬੰਦਾ ਮੁਲਕ ਵਾਸਤੇ ਅੱਛਾ। ਫਿਰ ਇਹ ਕਿ ਧਾਂਦਲੀ ਹੋਣ ਦੇ ਬੜੇ ਜਾ ਚਾਂਸ ਨੇ। ਹਰ ਬੰਦਾ ਆਪਣੇ ਪੋਲਿੰਗ ਸਟੇਸ਼ਨ 'ਤੇ ਆਪਣੇ ਵੋਟ ਰਜਿਸਟਰ ਹੋਏ ਚੈੱਕ ਕਰਾਏ ਆਪਣੇ ਇਲਾਕੇ ਵਿੱਚ ਕਿ ਜੀ ਹਾਂ ਮੇਰਾ ਵੋਟ ਕਿਹੜੇ ਏਰੀਆ ਵਿੱਚ ਰਜਿਸਟਰ ਹੈ। ਜੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮਾਦਰਤ ਮੈਂ ਚਾਹ ਰਿਹਾ ਕਿ ਤੁਸੀਂ ਇਸ ਦੱਸੋ ਕਿ ਲੀਡਰ ਕਿਹੜਾ ਬਿਹਤਰ ਤੁਹਾਨੂੰ ਲੱਗਦਾ, ਉਹਦੀ ਕੀ ਖੂਬੀ ਕੀ ਲੱਗਦੀ ਹੈ, ਜਾਂ ਕਿਹੜੇ ਲੀਡਰ ਨੂੰ ਜਿਹੜਾ ਕਿਸ ਲੀਡਰ ਦੇ ਪਾਰਟੀ ਨੂੰ ਵੋਟ ਦੇਣਾ ਚਾਹੀਦਾ, ਉਹਦੀ ਕੋਈ ਕਬਲੀਅਤ ਜਾਂ ਉਹਦੀਆਂ ਸਲੀਤਾਂ ਜਾਂ ਉਹਦੀ ਪਿਛਲੀ ਕਾਰਕਰਦਗੀ ਕੋਈ ਹਵਾਲੇ ਨਾਲ ਤੁਸੀਂ ਆਪਣਾ ਜਿਹੜਾ ਉਹ ਤਜਜ਼ੀਆ ਦੇ ਦਿਓ, ਤਾਂ ਕਿ ਜਿਹੜੇ ਸੁਣਨ ਵਾਲੇ ਨੂੰ ਆਪਣੀ ਦਲੀਲ ਆਪਣੀ ਇੱਕ ਰਾਏ ਰੱਖਦੇ ਨੇ, ਲੇਕਿਨ ਉਹ ਸੋਚਣ ਤੇ ਸਹੀ ਕਿ ਗੱਲ ਵਾਕਿਆ ਹੈ ਜਾਂ ਨਹੀਂ ਹੋ ਰਿਹਾ। ਜੀ ਸੁਨਾਲ ਭਾਈ, ਤੁਹਾਡੀ ਗੱਲ ਬੜੀ ਜਿਹੜੀ ਹੈ ਨਾ ਉਹ ਠੀਕ ਹੈ। ਇਸ ਗੱਲ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਤੁਸੀਂ ਪਾਕਿਸਤਾਨ ਦੀ 74-75 ਸਾਲਾ ਤਾਰੀਖ ਉਠਾ ਕੇ ਵੇਖ ਲਓ, ਇਸ ਤਾਰੀਖ ਦੇ ਵਿੱਚ ਕਿਹੜੀਆਂ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਜ਼ਿਆਦਾ ਹੁਕਮਰਾਨੀ ਕੀਤੀ ਹੈ। ਸਹੀ ਹੈ। ਇਹਦੇ ਵਿੱਚ ਟਾਪ 'ਤੇ ਜਿਹੜੀਆਂ ਨੇ ਉਹ 2 ਪਾਰਟੀਆਂ ਨੇ। ਸਹੀ ਹੈ। ਪਹਿਲੇ ਨੰਬਰ 'ਤੇ ਮੁਸਲਿਮ ਲੀਗ ਨੂਨ ਹੈ, ਦੂਸਰੇ 'ਤੇ ਪੀਪਲ ਪਾਰਟੀ ਹੈ, ਤੇ ਤੀਸਰੇ 'ਤੇ PTI ਹੈ, ਪਾਕਿਸਤਾਨ ਤਰੀਕੇ ਇਨਸਾਫ ਹੈ। ਸਹੀ ਹੈ। ਇਹਨਾਂ 3 ਪਾਰਟੀਆਂ ਦੀ ਗੌਰਮੈਂਟ ਰਹੀ ਹੈ ਤੇ ਜਿਹਦੇ ਵਿੱਚ PTI ਦਾ 3 ਸਾਲ ਸਾਡੇ PTI ਜਿਹੜੀ ਜੀ ਸੁਣਾ ਲਓ, ਮੈਂ ਉਸ ਨੂੰ ਕੰਟੀਨਿਊ ਕਰਦਾ ਪਿਆ। PTI ਵੀ ਨਹੀਂ ਹੈ, ਸਭ ਤੋਂ ਜ਼ਿਆਦਾ ਜਿਹੜਾ ਹੈ ਉਸ ਤੋਂ ਮਾਰਸ਼ਲ ਲਾ ਜਿਹੜੀ ਹੈ ਉਹ ਅਸਕਰੀ ਹਕੂਮਤ ਰਹੀ ਹੈ। ਦੂਸਰਾ ਜਿਹੜਾ PTI ਹੈ ਉਹਨਾਂ ਦੇ ਸਿਰਫ ਵਫਾਕੀ 3.5 ਸਾਲ ਕੀਤੀ। ਮੁਸ਼ਰਫ ਦੇ ਦੌਰ 'ਚ ਜਿਹੜਾ ਉਹਨਾਂ ਹੁਣ 9 ਸਾਲ ਹੈ, ਉਹਦੇ ਜਿਹੜੇ ਪਰਵੇਜ਼ ਇਲਾਈ ਕੇ ਇਹਨਾਂ ਜਿਹੜੀ ਉਹ ਜ਼ਿਆਦਾ ਹਕੂਮਤ ਵਜ਼ੀਰ ਆਜ਼ਮ ਹੈ, ਜ਼ਿਆਦਾ ਮੁੱਦਤ ਰਿਹਾ ਇਮਰਾਨ ਖਾਨ ਨਾਲੋਂ। ਹਾਂਜੀ ਉਸ ਤਰ੍ਹਾਂ ਹੀ ਹੈ। ਤੁਹਾਡੀ ਗੱਲ ਨੂੰ ਕੰਟੀਨਿਊ ਕਰਦਾ ਕਿ
ਜਿਹੜੇ ਵੀ ਮਸਲਨ ਉਹ ਤੇ ਫੌਜੀ ਦੌਰ ਅਮਰ ਦੌਰ ਸਮਝਿਆ ਜਾਂਦਾ ਨਾ, ਠੀਕ ਹੈ। ਅਸੀਂ ਸਿਆਸੀ ਜਿਹੜੀ ਗੌਰਮੈਂਟ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ, ਸਹੀ ਹੈ। ਉਹ ਤੇ ਅਸੀਂ ਮਸਲਨ ਜਿਹੜਾ ਸਟੈਬਲਿਸ਼ਮੈਂਟ ਹੈ ਜਾਂ ਉਹਨਾਂ ਤੇ ਉਹ ਸਿਆਸੀ ਗੌਰਮੈਂਟ ਤੇ ਨਹੀਂ ਹੁੰਦੀ ਨਾ, ਉਹ ਤੇ ਸਾਡੇ ਰੂਲ ਆਫ ਲਾ ਤੇ ਜਿਹੜਾ ਨਾ ਉਹ ਮਸਲਨ ਉਹ ਖਿਲਾਫਵਰਜ਼ੀ ਹੈ ਜੋ ਵੀ ਹੈ। ਅਸੀਂ ਸਿਆਸੀ ਗੌਰਮੈਂਟ ਜਿਹੜੀਆਂ ਨੇ, ਪੋਲੀਟੀਕਲ ਗੌਰਮੈਂਟ ਜਿਹੜੀਆਂ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਉਹਨਾਂ ਵਿੱਚ ਪਹਿਲਾ ਨੰਬਰ ਨੂਨ ਲੀਗ ਦਾ ਸੀ, ਦੂਸਰਾ ਪੀਪਲ ਪਾਰਟੀ ਦਾ ਸੀ, ਤੇ PTI ਤੇ 3 ਸਾਲ ਪੂਰੇ ਪਾਕਿਸਤਾਨ 'ਚ ਜਿਹੜੀ ਹੈ ਓਵਰਆਲ ਵੇਖੀ ਜਾਏ ਤੇ 3.5 ਸਾਲ ਕੀਤੀ ਗੌਰਮੈਂਟ, ਸਹੀ ਹੈ। ਇੱਕ ਸੂਬੇ ਵਿੱਚ ਉਸਨੇ ਜਿਹੜਾ ਕੁਝ 8 ਸਾਲ ਕੀਤੀ ਹੈ। ਤੇ ਉਹ ਕੰਮ ਵੇਖਣਾ ਚਾਹੀਦਾ ਸਨ ਕਿ ਹਾਂ PTI ਦੌਰ 'ਚ 3.5 ਸਾਲਾਂ 'ਚ ਓਵਰਆਲ ਮੁਲਕ 'ਚ ਕੀ ਹੋਇਆ। ਮੁਸਲਿਮ ਲੀਗ ਦੇ ਜਿਹੜੇ ਨੇ ਉਹ 15-20 ਸਾਲ 'ਚ ਕੀ ਹੋਇਆ। ਪੀਪਲ ਪਾਰਟੀ ਨੇ ਜਿਹੜਾ ਸਿੰਧ ਵਿੱਚ ਜਿਹੜਾ ਉਸ ਦੀ ਗੌਰਮੈਂਟ ਤਕਰੀਬਨ ਲਗਾਤਾਰ 15 ਸਾਲ ਤੋਂ ਹੈ, ਸਹੀ ਹੈ। ਉਸ ਨੇ ਕੀ ਕੀਤਾ, ਹਰ ਸੂਬੇ ਵਿੱਚ ਹਰ ਪਾਰਟੀ ਕਾਰਕਰਦਗੀ ਵੇਖ ਕੇ ਉਸ ਨੂੰ ਵੋਟ ਦਿੱਤੇ ਜਾਣ, ਉਹਦੇ ਨੁਮਾਇੰਦਿਆਂ ਮੁੰਤਖਬ ਕੀਤਾ ਜਾਏ, ਸਹੀ ਹੈ। ਤੇ ਉਸ ਤੇ ਟਾਪ ਜਿਹੜੀ ਹੈ ਤੇ 3.5 ਸਾਲ ਹਕੂਮਤ ਜਿਹੜੀ ਹੈ ਉਹਦੇ ਵਿੱਚ ਇਮਰਾਨ ਖਾਨ ਦੇ ਜਿਹੜੇ ਨੇ ਉਹ ਬਹੁਤ ਅੱਛੇ ਕੰਮ ਨੇ ਜਿਹੜੇ ਸਾਹਮਣੇ ਨੇ। ਉਹਦੇ ਕੋਈ ਕਿਸੇ ਤੋਂ ਭੁੱਲੇ ਛੁਪੇ ਨਹੀਂ ਹਨ ਕਿ ਸਿਹਤ ਤੇ ਜਿਹੜਾ ਉਸਨੇ 10 ਲੱਖ ਰੁਪਈਆ ਜਿਹੜਾ ਇੰਸ਼ੋਰੈਂਸ ਦਿੱਤੀ ਹੈ, ਸਹੀ ਹੈ। ਇਮਰਾਨ ਖਾਨ ਦੂਸਰੇ ਕੰਮ ਛੱਡ ਵੀ ਦਿਓ, ਸਾਰਿਆਂ ਤੋਂ ਵੱਡਾ ਕੰਮ ਜਿਹੜਾ ਉਹ ਉਸਨੇ ਕੀਤਾ ਜਿਹੜੇ ਅਕਵਾਮ ਮੁਤੱਹਿਦਾ ਵਿੱਚ ਜਿਹੜਾ ਖਤਮ ਨਬੂਵਤ ਤੇ ਉਸਨੇ ਜਿਹੜਾ ਆਪਣਾ ਤਕਰੀਰ ਕੀਤੀ ਹੈ। ਉਸ ਤੋਂ ਬਾਅਦ ਫਿਰ ਖਤਮ ਨਬੂਵਤ ਤੇ ਇੱਕ ਦਿਨ ਜਿਹੜਾ ਉਹ ਆਪਣਾ ਮਾਜ਼ਰਤ ਨਾਲ ਜਿਹੜਾ ਇੱਕ ਦਿਨ ਮੁਕਰਰ ਹੋਇਆ ਕਿ ਇਸਲਾਮੀ ਫੋਬੀਆ ਦੇ ਇਸਲਾਮੀ ਫੋਬੀਆ ਤੇ ਜਿਹੜਾ ਉਹ ਗੱਲ ਕੀਤੀ ਜਾਏ, ਉਸ ਨੂੰ ਜਿਹੜਾ ਉਜਾਗਰ ਕੀਤਾ ਜਾਏ। ਤੇ ਜਿਹੜਾ ਆਪਣਾ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੇ ਨਮੂਸ ਵਾਸਤੇ ਕੋਈ ਵੀ ਦੂਸਰੀ ਕੰਟਰੀ ਜਿਹੜਾ ਉਹ ਇਸ ਨੂੰ ਆਜ਼ਾਦੀ ਹਜ਼ਾਰ ਰਾਹ ਸਮਝ ਕੇ ਤੇ ਇਸ ਦਾ ਗਲਤ ਇਸਤੇਮਾਲ ਨਾ ਕਰੇ, ਠੀਕ ਹੈ। ਸਭ ਤੋਂ ਮੁਸਲਮਾਨ ਹੋਣ ਦੇ ਨਾਤੇ ਸਭ ਤੋਂ ਇੱਕ ਵੱਡੀ ਚੀਜ਼ ਹੈ ਦੁਨੀਆ, ਬਾਕੀ ਤੇ ਹਰ ਚੀਜ਼ ਜਿਹੜੀ ਹੈ ਨਾ ਉਹ ਲੱਭ ਜਾਂਦੀ ਹੈ, ਲੇਕਿਨ ਇਸ ਜਿਤਨੀਆਂ ਹਕੂਮਤਾਂ ਆਈਆਂ ਨੇ 74-75 ਸਾਲਾਂ ਵਿੱਚ ਕੋਈ ਹਕੂਮਤ ਹੋਵੇ ਇਸ ਤਰ੍ਹਾਂ ਦੀ ਜਿਸ ਨੇ ਅਕਵਾਮ ਮੁਤੱਹਿਦਾ ਜਾ ਕੇ ਫਿਰ ਇਸ ਟਾਪਕ ਨੂੰ ਉਜਾਗਰ ਕੀਤਾ, ਇਸ ਮਸਲੇ ਨਾ ਕਿ ਫਿਰ ਉਸ 'ਤੇ ਇੱਕ ਦਿਨ ਵੀ ਮੁਕਰਰ ਹੋਇਆ, ਸਹੀ ਹੈ। ਫਿਰ ਦੂਸਰਾ ਕਿ ਉਹਨਾਂ ਦੀ ਗੌਰਮੈਂਟ ਦੇ ਵਿੱਚ ਲੰਗਰ ਖਾਨੇ ਖੁੱਲ੍ਹੇ ਜੀ, ਸਹੀ ਹੈ। ਲੰਗਰ ਖਾਨੇ ਹੁਣ ਕੋਈ ਉੱਥੇ ਆ ਕੇ MNA MPA ਨਹੀਂ ਕੋਈ ਲੰਗਰ ਖਾ